योगा का मतलब ये नहीं है कि तुसी अद्धे घंटे आए तो हत्थ पैर मारे तो तुसी फिर वापस चले गए, फिर दिन च तुसी वैसे ही खाना पीना। योगा का मतलब है तुसी एक माइंडफुल तरीके नाल डिसिपलिनड वे नाल अपनी बॉडी नू मूव करवा रहे हो। लोग कई बार आके पूछते हैं भी योगा नाल वेट घट जाएगा। डेफिनेटली घट जाएगा। तो योगा नाल एक बहुत ही सेफ वे नाल, क्योंकि जिम नाल लोग बहुत जल्दी करके वेट तो घटा देंगे, बट उन्नी वो वीकनैस भी आती है। ਲੇਡੀਜ਼ ਦੀ ਪ੍ਰੋਬਲਮਸ ਦੀ ਗੱਲ ਕਰੀਏ, ਜਿਵੇਂ ਪ੍ਰੈਗਨੈਂਸੀ ਹੋ ਗਿਆ ਜਾਂ PCOS ਹੋ ਗਿਆ ਹੈ ਨਾ, ਤੇ ਇਹਨਾਂ 'ਚ ਜਿੱਥੇ ਫਿਜ਼ੀਕਲ ਚੇਂਜਸ ਆਉਂਦੇ ਨੇ, ਮੈਂਟਲੀ ਵੀ ਕਿਤੇ ਨਾ ਕਿਤੇ ਚੇਂਜਸ ਆਉਂਦੇ ਨੇ ਜਾਂ ਸਟ੍ਰੈਸ ਵੱਧ ਜਾਂਦਾ ਹੈ ਨਾ, ਤਾਂ ਉਹਦੇ 'ਚ ਯੋਗਾ ਕਿਵੇਂ ਮਤਲਬ ਐਡ ਕਰ ਸਕਦਾ ਹੈ। ਕੋਈ ਵੀ ਚੀਜ਼ ਜਿੰਨੀ ਜ਼ਿਆਦਾ ਬੈਨੀਫੀਸ਼ੀਅਲ ਹੈ ਉਹ ਕਈ ਵਾਰੀ ਜ਼ਿਆਦਾ ਨੁਕਸਾਨ ਵੀ ਦਿੰਦੀ ਹੈ ਉਨਾ ਹੀ। ਅਤੇ ਇਸ ਕਰਕੇ ਸੁਪਰਵਿਜ਼ਨ 'ਚ ਪਹਿਲਾਂ ਟ੍ਰੇਨਿੰਗ ਲੈ ਕੇ ਫਿਰ ਪ੍ਰੋਪਰ ਫਿਰ ਉਸ ਤੋਂ ਬਾਅਦ ਹੀ ਸੈਲਫ ਪ੍ਰੈਕਟਿਸ ਕਰਨੀ ਚਾਹੀਦੀ ਹੈ। ਪੋਜ਼ਿਸ ਜਿਹੜੇ ਇੱਕ ਨਾਰਮਲ ਇਨਸਾਨ ਨੂੰ ਵੀ ਆਪਣੀ ਡੇਲੀ ਲਾਈਫ 'ਚ ਐਡ ਕਰਨੇ ਚਾਹੀਦੇ, ਜਿਹੜਾ ਹਰ ਕੋਈ ਕਰ ਸਕਦਾ ਹੈ। ਇਹ ਕੋਈ ਪੋਜ਼ਿਸ ਇਹੋ ਜਿਹੇ ਨੇ ਜਿਹੜੇ ਤੁਸੀਂ ਦੱਸਣਾ ਚਾਹੋ ਕਿ ਨਹੀਂ ਸਾਨੂੰ ਸਾਰਿਆਂ ਨੂੰ ਐਡ ਕਰ ਲੈਣੇ ਚਾਹੀਦੇ। ਤੁਸੀਂ ਮੰਨ ਲਓ ਅੱਜ ਬਿਮਾਰ ਹੋ ਗਏ ਜਾਂ ਕੋਈ ਫੈਮਿਲੀ ਦਾ ਇੱਕ ਮੈਂਬਰ, ਪੂਰੀ ਫੈਮਿਲੀ ਨੂੰ ਪਰੇਸ਼ਾਨੀ ਹੁੰਦੀ, ਤੇ ਇਸ ਕਰਕੇ ਜੇ ਤੁਸੀਂ ਫੈਮਿਲੀ ਵਾਸਤੇ ਜਾਂ ਫਿਰ ਆਪ ਦੇ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਤਾਂ ਯੋਗਾ ਫਿਰ ਥੋੜਾ ਜਿਹਾ ਟਾਈਮ ਕੱਢ ਲਓ ਉਹਦੇ ਵਾਸਤੇ। ਸਤਿ ਸ਼੍ਰੀ ਅਕਾਲ, ਦਾ ਅਨਮਿਊਟ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਇੱਕ ਹੈਲਥ ਟੌਪਿਕ 'ਤੇ ਗੱਲ ਕਰਾਂਗੇ ਜੋ ਕਿ ਨਾ ਸਿਰਫ ਸਾਡੀ ਫਿਜ਼ੀਕਲ ਹੈਲਥ ਲਈ ਬਲਕਿ ਮੈਂਟਲ ਹੈਲਥ ਲਈ ਵੀ ਓਨਾ ਹੀ ਜ਼ਰੂਰੀ ਹੈ। ਤਾਂ ਅੱਜ ਆਪਾਂ ਗੱਲ ਕਰਾਂਗੇ ਯੋਗਾ ਬਾਰੇ। ਅਸੀਂ ਜਾਣਦੇ ਹਾਂ ਕਿ ਸਾਰੇ ਆਪਣੀ ਲਾਈਫ 'ਚ ਬਿਜ਼ੀ ਹੋ ਗਏ ਨੇ, ਹੈਕਟਿਕ ਸ਼ਡਿਊਲ ਹੋ ਗਏ ਨੇ, ਤਾਂ ਜਿਸ ਕਰਕੇ ਕਈ ਵਾਰ ਸਟ੍ਰੈਸ ਵੱਧ ਜਾਂਦਾ ਹੈ, ਡਿਪਰੈਸ਼ਨ ਵੱਧ ਜਾਂਦਾ ਹੈ, ਜਾਂ ਫਿਰ ਕਈ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਨੇ, ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ, ਡਾਇਬਟੀਜ਼ ਹੋ ਗਈਆਂ ਜਾਂ ਲੇਡੀਜ਼ ਦੇ ਵਿੱਚ PCOS ਹੁੰਦਾ ਹੈ। ਤਾਂ ਐਕਸਪਰਟਸ ਦਾ ਇਹੀ ਕਹਿਣਾ ਹੈ ਕਿ ਐਕਸਰਸਾਈਜ਼ ਜਾਂ ਮੈਡੀਕੇਸ਼ਨਸ ਨਾਲੋਂ ਯੋਗਾ ਵੀ ਇੱਕ ਬੈਟਰ ਤਰੀਕਾ ਹੈ ਇਹਨਾਂ ਸਭ ਤੋਂ ਛੁਟਕਾਰਾ ਪਾਉਣ ਲਈ ਜਾਂ ਕੰਟਰੋਲ ਕਰਨ ਲਈ। ਨਾਲੇ ਹੁਣ ਤਾਂ ਪੰਜਾਬ ਦੇ CM ਭਗਵੰਤ ਮਾਨ ਨੇ ਵੀ CM ਦੀ ਯੋਗਸ਼ਾਲਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਸ 'ਚ ਲੋਕਾਂ ਨੂੰ ਫ੍ਰੀ 'ਚ ਇਸ ਬਾਰੇ ਟੀਚਿੰਗ ਦਿੱਤੀ ਜਾਵੇਗੀ। ਤਾਂ ਅੱਜ ਇਸ ਸਭ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਪ੍ਰਗਿਆ ਤੇ ਵਿਦਿਆ ਸਾਗਰ। ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਭ ਦਾ। ਥੈਂਕ ਯੂ। ਕੀ ਹਾਲ ਹੈ? ਵਧੀਆ ਜੀ, ਵਧੀਆ। ਓਕੇ, ਸੋ ਮੈਂ ਦੱਸ ਦੇਵਾਂ ਪਹਿਲਾਂ ਕਿ ਪ੍ਰਗਿਆ ਤੇ ਵਿਦਿਆ ਸਾਗਰ ਇਹ 12-13 ਸਾਲ ਤੋਂ ਇਸ ਫੀਲਡ 'ਚ ਨੇ। ਕਿੰਨੀ ਦੇਰ ਤੋਂ ਯੋਗਾ ਦੀ ਟੀਚਿੰਗ ਦੇ ਰਹੇ ਨੇ ਤੇ ਯੋਗ ਕਲਪ ਦੇ ਨਾਮ ਤੋਂ ਇਹਨਾਂ ਦੇ ਸੈਂਟਰ ਵੀ ਨੇ। ਤਾਂ ਸਭ ਤੋਂ ਪਹਿਲਾਂ ਤਾਂ ਇਹ ਐਕਸਪੀਰੀਅੰਸ ਤੁਹਾਡਾ ਹੁਣ ਤੱਕ ਦਾ ਕਿਵੇਂ ਦਾ ਹੈ? ਤੁਸੀਂ ਬ੍ਰਦਰ ਸਿਸਟਰ ਨੇ ਕਦੋਂ ਸ਼ੁਰੂ ਕੀਤਾ, ਕਿਵੇਂ ਦਾ ਰਿਹਾ ਹੁਣ ਤੱਕ ਸਾਰਾ? ਅਸੀਂ 2012 'ਚ ਸਟਾਰਟ ਕੀਤਾ। ਫਸਟ ਸਾਡਾ ਜਿਹੜਾ ਸੈਂਟਰ ਸੀਗਾ ਉਹ ਯੋਗ ਕਲਪ ਮਟੋਰ 70 ਸੈਕਟਰ 'ਚ ਸੀਗਾ, ਅਤੇ ਉੱਥੋਂ ਸਾਡੀ ਯੋਗਾ ਦੀ ਜਰਨੀ ਸਟਾਰਟ ਹੋਈ। ਅਸੀਂ ਆਪਣਾ ਸੈਂਟਰ ਖੋਲ੍ਹਿਆ। ਪਹਿਲਾਂ ਅਸੀਂ ਪਾਰਟਨਰਸ਼ਿਪ 'ਤੇ ਕੀਤਾ ਸੀਗਾ ਅਤੇ ਉੱਥੇ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲਿਆ। ਫਿਰ ਅਸੀਂ ਉਸ ਤੋਂ ਬਾਅਦ 68 ਸੈਕਟਰ 'ਚ ਯੋਗਾ ਦਾ ਸੈਂਟਰ ਖੋਲ੍ਹਿਆ, ਅਤੇ ਉਸ ਤੋਂ ਬਾਅਦ ਅਸੀਂ ਤੀਜਾ ਜਿਹੜਾ ਖੋਲ੍ਹਿਆ ਉਹ ਚੰਡੀਗੜ੍ਹ 7 ਸੈਕਟਰ 'ਚ, ਫਿਰ ਚੌਥਾ 7 ਫੇਜ਼ ਮੋਹਾਲੀ 'ਚ, ਅਤੇ ਹੁਣ ਪੰਜਵਾਂ ਸੈਂਟਰ ਅਸੀਂ ਪੰਚਕੂਲਾ 'ਚ ਖੋਲ੍ਹਿਆ ਜਿਹਦਾ ਕੱਲ੍ਹ ਇਨੋਗ੍ਰੇਸ਼ਨ ਸੀਗਾ। ਅਤੇ ਯੋਗਾ ਦੀ ਜਰਨੀ ਸਾਡੀ ਬਹੁਤ ਵਧੀਆ ਰਹੀ, ਬਹੁਤ ਹੀ ਵਧੀਆ ਐਕਸਪੀਰੀਅੰਸ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਸਾਡੇ ਕੋਲ ਆ ਕੇ ਲੋਕ ਠੀਕ ਹੋ ਰਹੇ ਨੇ, ਮੈਂਟਲ ਹੈਲਥ ਉਹਨਾਂ ਦੀ ਅੱਛੀ ਹੋ ਰਹੀ ਹੈ, ਲਾਈਫ ਸਟਾਈਲ ਉਹਨਾਂ ਦਾ ਚੇਂਜ ਹੋ ਰਿਹਾ ਹੈ, ਅਤੇ ਉਹਦੇ ਮਤਲਬ ਉਹਦਾ ਐਕਸਪੀਰੀਅੰਸ ਸੁਣ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਅਸੀਂ ਲੋਕਾਂ ਦੀ ਹੈਲਪ ਕਰ ਪਾ ਰਹੇ ਹਾਂ ਇਸ ਪ੍ਰੋਫੈਸ਼ਨ ਦੇ ਰਾਹੀਂ। ਓਕੇ, ਸੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਕਿਵੇਂ ਹੁਣ ਤੱਕ ਦੀ ਜਰਨੀ ਨੂੰ ਇੰਜੋਏ ਕੀਤਾ ਤੇ ਕਿੱਦਾਂ ਇਹ ਇਨੀਸ਼ੀਏਟਿਵ ਕਿੱਦਾਂ ਸ਼ੁਰੂ ਕੀਤਾ ਸੀ ਤੁਸੀਂ? ਕਿਉਂਕਿ ਯੋਗਾ ਨਾ ਇੱਕ ਆਪ ਦੇ ਵਾਸਤੇ ਤਾਂ ਵਧੀਆ ਹੈ ਹੀ ਹੈ, ਇੱਕ ਬਿਜ਼ਨਸ ਵੀ ਹੈਗਾ, ਠੀਕ ਹੈ। ਕਿਉਂਕਿ ਅਸੀਂ ਕੇਵਲ ਯੋਗਾ ਐਂ ਵੀ ਨਹੀਂ ਕਰ ਸਕਦੇ, ਅਸੀਂ ਫਰੀ 'ਚ ਕਰਵਾਈਏ, ਕਿਉਂਕਿ ਪੈਸੇ ਵੀ ਇੱਕ ਰੀਜ਼ਨੇਬਲ ਅਸੀਂ ਫੀਸ ਰੱਖੀ ਹੋਈ ਹੈ। ਅਤੇ ਉਹਦੇ ਕਰਕੇ ਜਿਹੜਾ ਯੋਗਾ ਦੇ 3 ਮੈਂ ਮੇਨ ਬੈਨੀਫਿਟਸ ਕਹਾਂਗਾ। ਉਹਦੇ 'ਚ ਮੇਨ ਹੈਗਾ ਇੱਕ ਸਾਨੂੰ ਲੋਕਾਂ ਦਾ ਸੇਵਾ ਕਰਨ ਦਾ ਮੌਕਾ ਮਿਲ ਰਿਹਾ, ਠੀਕ ਹੈ। ਸਾਡੀ ਆਪ ਦੀ ਹੈਲਥ ਠੀਕ ਰਹਿ ਰਹੀ ਹੈ, ਠੀਕ ਹੈ। ਅਤੇ ਨਾਲੇ ਜਿਹੜਾ ਅਰਨਿੰਗ ਸੋਰਸ ਵੀ ਇੱਕ ਬਹੁਤ ਵਧੀਆ ਅਰਨਿੰਗ ਸੋਰਸ ਹੈ, ਬਿਕੋਜ਼ ਅੱਜ ਕੱਲ੍ਹ ਲੋਕਾਂ ਦਾ ਰੁਝਾਨ ਇਸ ਪਾਸੇ ਬਹੁਤ ਹੋ ਰਿਹਾ, ਖਾਸ ਕਰਕੇ ਕੋਵਿਡ ਤੋਂ ਬਾਅਦ ਜੈਸੇ ਲੋਕਾਂ ਨੇ ਰਿਅਲਾਈਜ਼ ਕੀਤਾ ਵੀ ਯੋਗਾ ਤੋਂ ਬੈਸਟ ਕੋਈ ਵੀ ਚੀਜ਼ ਨਹੀਂ ਹੈਗੀ। ਕਿਉਂਕਿ ਯੋਗਾ ਇੱਕ ਮੈਂਟਲ ਹੈਲਥ ਨੂੰ ਵੀ ਠੀਕ ਕਰਦਾ ਹੈ, ਫਿਜ਼ੀਕਲ ਹੈਲਥ ਦੇ ਨਾਲ ਤੁਹਾਡੀ ਇਮੋਸ਼ਨਲ ਹੈਲਥ ਵੀ ਠੀਕ ਕਰਦਾ ਹੈ, ਤੁਹਾਡੀ ਸੋਸ਼ਲ ਸਪਿਰਿਚੁਅਲ ਹੈਲਥ ਵੀ ਠੀਕ ਕਰਦਾ ਹੈ।
ਓਕੇ, ਸੋ ਤੁਸੀਂ ਯੋਗਾ ਬਾਰੇ ਤਾਂ ਦੱਸ ਹੀ ਦਿੱਤਾ ਹੁਣ ਕਿ ਯੋਗਾ ਦੇ ਬੈਨੀਫਿਟਸ ਕੀ ਨੇ, ਤੇ ਇੱਕ ਇਨਸਾਨ ਨੂੰ ਡੇਲੀ ਲਾਈਫ 'ਚ ਮਤਲਬ ਯੋਗਾ ਨੂੰ ਆਪਣੀ ਡੇਲੀ ਰੂਟੀਨ 'ਚ ਐਡ ਕਰਨਾ ਹੀ ਚਾਹੀਦਾ ਹੈ, ਇਹਦੇ ਬਾਰੇ ਕੀ ਕਹੋਗੇ? ਯੋਗਾ ਜਿਹੜਾ ਹੈਗਾ ਉਹ ਹੋਲਿਸਟਿਕ ਹੈ। ਜਿਵੇਂ ਜਿਮ ਜਾਂ ਅਦਰ ਵਰਕਆਊਟ ਕਰਦੇ ਆ ਉਹ ਆਪਾਂ ਓਨਲੀ ਫਿਜ਼ੀਕਲ ਹੈਲਥ ਲਈ ਕਰਦੇ ਆ, ਬਟ ਯੋਗਾ ਹੋਲਿਸਟਿਕ ਹੈ। ਉਹਦੇ 'ਚ ਮੈਂਟਲ ਹੈਲਥ, ਇਮੋਸ਼ਨਲ ਹੈਲਥ, ਸਪਿਰਿਚੁਅਲ ਹੈਲਥ, ਹਰ ਤਰ੍ਹਾਂ ਦੀ ਹੈਲਥ ਸਾਨੂੰ ਮਿਲਦੀ ਹੈ ਅਤੇ ਸਾਡਾ ਹਰ ਤਰ੍ਹਾਂ ਦਾ ਡਿਵੈਲਪਮੈਂਟ ਉਹਦੇ 'ਚ ਹੁੰਦਾ ਹੈ। ਜਿਵੇਂ ਕਿ ਹੁਣ ਜਿਹੜਾ ਲਾਈਫ ਸਟਾਈਲ ਹੈ ਅੱਜ ਦਾ, ਉਹਦੇ 'ਚ ਸਟਰੈਸ, ਡਿਪਰੈਸ਼ਨ, ਇਸ ਤਰ੍ਹਾਂ ਦੀ ਪ੍ਰੋਬਲਮਸ ਬਹੁਤ ਜ਼ਿਆਦਾ ਆ ਰਹੀ ਹੈ, ਜਿਹਦੇ ਕਰਕੇ ਸਾਡੇ ਹਾਰਮੋਨਸ ਡਿਸਟਰਬ ਹੋ ਰਹੇ ਆ। ਹਾਰਮੋਨਲ ਪ੍ਰੋਬਲਮ ਬਹੁਤ ਜ਼ਿਆਦਾ, ਜਿਵੇਂ ਤੁਸੀਂ ਕਿਹਾ PCOS, ਡਾਇਬਟੀਜ਼ ਅਤੇ ਥਾਇਰਾਇਡ, ਇਹ ਕੋਮਨ ਹੋ ਗਈਆਂ ਨੇ ਪ੍ਰੋਬਲਮਸ। ਅਤੇ ਇਹਨਾਂ 'ਚ ਯੋਗਾ ਬਹੁਤ ਵਧੀਆ ਹੈਲਪ ਕਰਦਾ ਹੈ, ਜਿਨ੍ਹਾਂ 'ਚ ਐਲੋਪੈਥੀ 'ਚ ਕੋਈ ਇਹਦਾ ਪਰਮਾਨੈਂਟ ਟਰੀਟਮੈਂਟ ਨਹੀਂ ਹੈ। ਜਦੋਂ ਤੱਕ ਮੈਡੀਸਿਨ ਲੈਂਦੇ ਰਹਿੰਦੇ ਹਾਂ ਕੰਟਰੋਲ ਹੋਏਗਾ, ਬਟ ਯੋਗਾ ਰਾਹੀਂ ਅਸੀਂ ਇਹਨੂੰ ਠੀਕ ਕਰ ਸਕਦੇ ਹਾਂ ਜੇ ਅਸੀਂ ਡੇਲੀ ਲਾਈਫ 'ਚ ਇਹਨੂੰ ਅਪਣਾ ਲਈਏ। ਰੋਜ਼ ਇਹਦੇ ਵਾਸਤੇ 1 ਘੰਟਾ ਟਾਈਮ ਅਸੀਂ ਦੇ ਸਕੀਏ ਤਾਂ ਸਾਡੇ ਇੰਟਰਨਲ ਜਿਹੜੇ ਔਰਗਨਸ ਹੈ ਉਹ ਹੈਲਦੀ ਰਹਿਣਗੇ, ਸਾਡੇ ਹਾਰਮੋਨਸ ਬੈਲੈਂਸ ਰਹਿਣਗੇ, ਸਾਡੇ ਜਿਹੜੇ ਬੋਡੀ ਦੇ ਸਿਸਟਮਸ ਹੈ ਇੰਟਰਨਲ ਉਹ ਬੈਲੈਂਸਡ ਹੋਣਗੇ ਅਤੇ ਹੈਲਥ ਆਪਣੇ ਆਪ ਹੀ ਠੀਕ ਰਹੇਗੀ। ਜੀ, ਸੋ ਯੋਗਾ ਦੇ ਕੋਈ ਰੂਲਸ ਵੀ ਹੁੰਦੇ ਆ? ਜਿਵੇਂ ਇੱਕ ਬਹੁਤ ਹੀ ਕਾਮਨ ਕੁਐਸਚਨ ਹੁੰਦਾ ਕਿ ਯੋਗਾ ਅਸੀਂ ਕਿਸ ਟਾਈਮ 'ਤੇ ਕਰੀਏ, ਕਿ ਸਵੇਰ ਦਾ ਟਾਈਮ ਜ਼ਿਆਦਾ ਬੈਟਰ ਆ ਜਾਂ ਰਾਤ ਦਾ ਟਾਈਮ, ਜਾਂ ਕੋਈ ਹੋਰ ਟਾਈਮ ਵੀ ਹੁੰਦਾ ਇਹਦੇ ਲਈ? ਯੋਗਾ ਵਾਸਤੇ ਮੇਨ ਤਾਂ ਨਾ ਸੰਧਿਆ ਹੁੰਦੀ ਹੈ, ਜਿਵੇਂ ਜਾਂ ਤਾਂ ਤੁਸੀਂ ਸਵੇਰੇ ਕਰ ਲਓ ਜਾਂ ਤੁਸੀਂ ਸ਼ਾਮ ਨੂੰ ਕਰ ਲਓ, ਠੀਕ ਹੈ। ਉਸ ਟਾਈਮ ਬਿਕੋਜ਼ ਇੱਕ ਦਿਨ ਅਤੇ ਰਾਤ ਦਾ ਮਿਲਨ ਹੋ ਰਿਹਾ ਹੁੰਦਾ, ਉਸ ਟਾਈਮ ਕਿਆ ਹੁੰਦਾ, ਇੱਕ ਮਨ ਦੀ ਸ਼ਾਂਤੀ ਦਾ ਲੈਵਲ ਉਸ ਟਾਈਮ ਜ਼ਿਆਦਾ ਹੁੰਦਾ, ਇੱਕ ਸਾਇੰਟੀਫਿਕ ਹੈਗਾ ਇਹ। ਅਤੇ ਦੂਜਾ ਉਸ ਟਾਈਮ 'ਚ ਤੁਸੀਂ ਕਰਦੇ ਹੋ, ਜਿਵੇਂ ਸਵੇਰੇ ਸਭ ਤੋਂ ਬੈਸਟ ਦਾ ਸਵੇਰ ਦਾ ਟਾਈਮ ਹੈਗਾ, ਕਿਉਂਕਿ ਵਾਯੂ ਸ਼ੁੱਧ ਹੁੰਦੀ ਹੈ, ਠੀਕ ਹੈ, ਮਨ ਵੀ ਸ਼ਾਂਤ ਹੁੰਦਾ। ਕਿਉਂਕਿ ਦਿਨ 'ਚ ਜੇ ਆਪਾਂ ਕੰਮ ਕਾਜਾਂ 'ਚ ਬਿਜੀ ਹੁੰਦੇ ਹਾਂ, ਸ਼ਾਮ ਦਾ ਟਾਈਮ ਕਈ ਵਾਰੀ ਨਹੀਂ ਨਿਕਲਦਾ, ਅਤੇ ਇਸ ਦਾ ਬੈਸਟ ਟਾਈਮ ਹੈਗਾ ਮੋਰਨਿੰਗ 'ਚ। ਮੰਨ ਲਓ ਤੁਸੀਂ 45 ਮਿੰਟ, ਅੱਧਾ ਘੰਟਾ ਵੀ ਦਿੰਦੇ ਹੋ, ਅਤੇ ਉਹਦੇ ਕਰਕੇ ਜੇ ਤੁਸੀਂ ਪੂਰੇ ਜ਼ਿੰਦਗੀ ਸਵਸਥ ਰਹਿੰਦੇ ਹੋ, ਤੁਹਾਨੂੰ PGI ਦੇ ਚੱਕਰ ਨਹੀਂ ਕੱਟਣੇ ਪੈਂਦੇ, ਤੁਹਾਨੂੰ ਹੋਸਪਿਟਲ ਨਹੀਂ ਜਾਣਾ ਪੈਂਦਾ, ਡਾਕਟਰਾਂ ਕੋਲ ਪੈਸਾ ਨਹੀਂ ਖਰਚ ਕਰਨਾ ਪੈਂਦਾ, ਤਾਂ ਫਿਰ ਤੁਸੀਂ ਇੰਨਾ ਟਾਈਮ ਦਾ ਬੈਸਟ ਟਾਈਮ ਜਿਹੜਾ ਮੋਰਨਿੰਗ ਦਾ ਹੈਗਾ ਉਹ ਦਿਓ, ਅੱਧੇ ਘੰਟੇ ਦਿਓ। ਉਹਦੇ 'ਚ ਜ਼ਰੂਰੀ ਯੋਗਾ ਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਬੈਠ ਕੇ ਉੱਥੇ ਕਪਾਲਭਾਤੀ ਕਰਨੀ ਹੈ ਜਾਂ ਫਿਰ ਕੋਈ ਆਸਨ। ਯੋਗਾ ਦਾ ਮਤਲਬ ਹੈ ਥੋੜ੍ਹਾ ਮਾਈਂਡਫੁਲ ਹੋ ਕਰਕੇ ਤੁਸੀਂ ਪ੍ਰੈਕਟਿਸ ਕਰੋ, ਆਪਦੀ ਮਾਈਂਡਫੁਲ ਬਰੀਦਿੰਗ ਕਰੋ, ਬੋਡੀ ਦੇ ਪ੍ਰਤੀ ਤੁਸੀਂ ਹੋਰ ਜ਼ਿਆਦਾ ਮਾਈਂਡਫੁਲ ਹੋ, ਠੀਕ ਆ, ਆਪਦੀ ਬੋਡੀ ਨੂੰ, ਬਿਕੋਜ਼ ਬੋਡੀ ਤੋਂ ਆਪਾਂ ਇੰਨਾ ਕੰਮ ਲੈਂਦੇ ਹਾਂ ਅਤੇ ਇਹਨੂੰ ਥੋੜ੍ਹਾ ਜਿਹਾ ਟਾਈਮ ਤਾਂ ਚਾਹੀਦਾ। ਫਿਰ ਸੋ ਡਾਈਟ ਦਾ ਵੀ ਕੋਈ ਹੁੰਦਾ ਹੈ ਕਿ ਯੋਗਾ ਕਰਨ ਤੋਂ ਪਹਿਲਾਂ ਖਾਣਾ ਚਾਹੀਦਾ, ਜਾਂ ਕਿੰਨੇ ਟਾਈਮ ਪਹਿਲਾਂ ਜਾਂ ਕਿੰਨੇ ਟਾਈਮ ਬਾਅਦ ਖਾਣਾ? ਬਿਲਕੁਲ ਜੀ, ਡਾਈਟ ਦਾ ਘੱਟੋ ਘੱਟ 3 ਘੰਟਿਆਂ ਦਾ ਗੈਪ ਹੋਣਾ ਚਾਹੀਦਾ। ਮੰਨ ਲਓ ਤੁਸੀਂ ਦੁਪਹਿਰੇ ਲੰਚ ਕੀਤਾ ਹੋਇਆ, ਆਪਾਂ ਸ਼ਾਮ ਨੂੰ ਯੋਗਾ ਕਰਨਾ, ਤਾਂ ਘੱਟੋ ਘੱਟ 2 ਵਜੇ ਜੇ ਲੰਚ ਕਰਦੇ ਹਾਂ ਤਾਂ 5 ਵਜੇ ਤੱਕ ਆਪਾਂ 5 ਜਾਂ 6 ਵਜੇ ਤੱਕ ਕਰ ਸਕਦੇ ਹਾਂ। ਅਤੇ ਯੋਗਾ ਕਰਨ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਖਾਣਾ ਚਾਹੀਦਾ, ਬਿਕੋਜ਼ ਜਦੋਂ ਤੱਕ ਯੋਗਾ ਇੱਕ ਪੇਟ ਦੇ ਸੰਬੰਧਿਤ ਵੀ ਚੀਜ਼ਾਂ ਹੈਗੀਆਂ ਇਹਦੇ 'ਚ, ਬਟ ਜੇ ਆਪਾਂ ਵਿਚਾਲੇ ਉਹਨੂੰ ਹਿਲਾਵਾਂਗੇ, ਪ੍ਰੋਪਰ ਖਾਣਾ ਤੋਂ ਜਾਂ ਪਚਿਆ ਨਹੀਂ ਹੋਇਆ, ਠੀਕ ਹੈ, ਉਹ ਵਿਚਾਰਾ ਫਿਰ ਪਚੇਗਾ ਨਹੀਂ, ਡਾਈਜੈਸਟ ਹੋਏਗਾ ਨਹੀਂ, ਠੀਕ ਹੈ, ਉਹ ਫਿਰ ਤੁਹਾਨੂੰ ਵੋਮਿਟ ਵਾਂਗੂ ਫੀਲ ਹੋਏਗਾ, ਅਤੇ ਉਹ ਗੈਪ ਕਰਨਾ ਬਹੁਤ ਜ਼ਰੂਰੀ ਹੈ। ਬਟ ਜੇ ਤੁਸੀਂ ਥੋੜ੍ਹਾ ਬਹੁਤ ਲਿਕੁਇਡ ਲਿੱਤਾ ਹੋਇਆ, ਸਨੈਕਸ ਵਗੈਰਾ ਕੁਛ ਲਿੱਤੇ ਹੋਏ, ਤਾਂ ਉਹਦੇ ਵਾਸਤੇ ਤੁਸੀਂ ਗੈਪ ਕੱਟ ਵੀ ਕਰ ਸਕਦੇ ਹੋ, ਘੰਟੇ ਦਾ ਗੈਪ ਫਿਰ ਵੀ ਤੁਹਾਡਾ ਹੋਣਾ ਚਾਹੀਦਾ। ਪਾਣੀ ਦਾ ਗੈਪ ਦਾ ਕੋਈ ਚੱਕਰ ਨਹੀਂ ਹੈਗਾ, 5 ਮਿੰਟ ਪਹਿਲਾਂ ਵੀ ਤੁਸੀਂ ਲੈ ਸਕਦੇ ਹੋ ਅਤੇ 10 ਮਿੰਟ ਪਹਿਲਾਂ ਵੀ ਤੁਸੀਂ ਕਰਕੇ ਉਹ ਕਰ ਸਕਦੇ ਹੋ। ਓਕੇ, ਸੋ ਹੁਣ ਨੋਰਮਲ ਆਪਾਂ ਲਾਈਫ ਦੀ ਗੱਲ ਕਰੀਏ ਤਾਂ ਬਹੁਤ ਹੈਕਟਿਕ ਸ਼ਡਿਊਲ ਹੋ ਗਿਆ, ਕਿਉਂਕਿ ਆਫਿਸ ਟਾਈਮਿੰਗਸ ਹੁੰਦੀਆਂ ਨੇ ਜਾਂ ਸਿਟਿੰਗ ਜੌਬਸ ਹੁੰਦੀਆਂ ਨੇ, ਤਾਂ ਟਾਈਮ ਨਹੀਂ ਮਿਲ ਪਾਉਂਦਾ ਕਿ ਅਸੀਂ ਘਰ ਆ ਕੇ ਮਤਲਬ ਕੋਈ ਜਿਮ ਜੁਆਇਨ ਕਰ ਲਏ ਜਾਂ ਕੋਈ ਵਾਕ 'ਤੇ ਚਲੇ ਜਾਏ, ਹੈ ਨਾ। ਤਾਂ ਫਿਰ ਯੋਗਾ ਘਰ ਬੈਠੇ ਬੰਦਾ ਯੋਗਾ ਕਰ ਸਕਦਾ, ਹੈ ਨਾ, ਤਾਂ ਕਿੰਨਾ ਕੁ ਬੈਨੀਫੀਸ਼ੀਅਲ ਹੈ ਜਿਮ ਨਾਲੋਂ ਜਾਂ ਵਾਕ ਨਾਲੋਂ? ਜਿਮ ਨਾਲੋਂ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ। ਇੱਕ ਤਾਂ ਇਹਦੇ 'ਚ ਕੋਈ ਇੰਸਟਰੂਮੈਂਟ ਦੀ ਲੋੜ ਨਹੀਂ ਹੈਗੀ ਅਤੇ ਆਰਾਮ ਨਾਲ ਤੁਸੀਂ ਬਿਨਾਂ ਇੰਸਟਰੂਮੈਂਟ ਦੇ ਕਰ ਸਕਦੇ ਹੋ, ਅਤੇ ਦੂਜਾ ਕਿਤੇ ਵੀ ਬੈਠ ਕੇ ਕਰ ਸਕਦੇ ਹੋ, ਓਪਨ ਏਅਰ 'ਚ ਕਰ ਸਕਦੇ ਹੋ, ਹੈ ਨਾ, ਰੂਮ 'ਚ ਵਿੰਡੋ ਓਪਨ ਕਰਕੇ ਉੱਥੇ ਵੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਸੈਲਫ ਪ੍ਰੈਕਟਿਸ ਵੀ ਕਰ ਸਕਦੇ ਹੋ, ਬਟ ਪਹਿਲਾਂ ਸੁਪਰਵਿਜ਼ਨ 'ਚ ਹੀ ਕਰਨਾ ਚਾਹੀਦਾ। ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰਾਂਗੀ, ਕਿਉਂਕਿ ਕਈ ਵਾਰੀ ਆਪਾਂ ਗਲਤ ਪ੍ਰੈਕਟਿਸ ਕਰ ਲੈਂਦੇ ਹਾਂ, ਜਿਹਦੇ ਬਹੁਤ ਸਾਰੇ ਸਾਈਡ ਇਫੈਕਟਸ ਵੀ ਹੁੰਦੇ ਨੇ ਅਤੇ ਉਹਦੇ ਕਰਕੇ ਨੁਕਸਾਨ ਵੀ ਹੋ ਸਕਦਾ। ਕੋਈ ਵੀ ਚੀਜ਼ ਜਿੰਨੀ ਜ਼ਿਆਦਾ ਬੈਨੀਫੀਸ਼ੀਅਲ ਹੈ, ਉਹ ਕਈ ਵਾਰੀ ਜ਼ਿਆਦਾ ਨੁਕਸਾਨ ਵੀ ਦਿੰਦੀ ਹੈ ਓਨਾ ਹੀ, ਅਤੇ ਇਸ ਕਰਕੇ ਸੁਪਰਵਿਜ਼ਨ 'ਚ ਪਹਿਲਾਂ ਟ੍ਰੇਨਿੰਗ ਲੈ ਕੇ ਫਿਰ ਉਸ ਤੋਂ ਬਾਅਦ ਹੀ ਸੈਲਫ ਪ੍ਰੈਕਟਿਸ ਕਰਨੀ ਚਾਹੀਦੀ ਹੈ। ਅਤੇ ਉਹਦੇ ਵਾਸਤੇ ਸੈਲਫ ਪ੍ਰੈਕਟਿਸ ਵਾਸਤੇ ਜੇ ਤੁਸੀਂ ਅੱਧਾ ਘੰਟਾ ਵੀ ਕੱਢ ਲੈਂਦੇ ਹੋ ਤਾਂ ਉਹ ਸਫੀਸ਼ੀਐਂਟ ਹੈ। ਓਕੇ, ਸੋ ਇੱਕ ਹੋਰ ਚੀਜ਼ ਹੈ ਕਿ ਮੋਟਾਪਾ
ਕਿ ਜਦੋਂ ਬੰਦਾ ਮੋਟਾ ਹੋ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਨਹੀਂ ਤੂੰ ਜਿਮ ਜੁਆਇਨ ਕਰ ਜਾਂ ਇਹ ਐਕਸਰਸਾਈਜ਼ ਕਰਨੀ ਹੀ ਪੈਣੀ ਹੈ ਜਾਂ ਵਾਕ 'ਤੇ ਜਾਣਾ ਪੈਣਾ ਹੈ, ਤਾਂ ਉਹਦੇ ਵਿੱਚ ਅਗਰ ਉਹ ਜਿਮ ਨਾ ਕਰੇ ਜਾਂ ਕੋਈ ਹੋਰ ਐਕਸਰਸਾਈਜ਼ ਨਾ ਕਰੇ ਤਾਂ ਯੋਗਾ ਇਕੱਲਾ ਵੀ ਬੈਨੀਫਿਟ ਦੇ ਸਕਦਾ ਹੈ ਕਿ ਉਹ ਮੋਟਾਪਾ ਘੱਟ ਕਰ ਸਕਦਾ ਹੈ? ਹਾਂਜੀ, ਮੋਟਾਪਾ ਨਾ ਤੁਹਾਡੇ ਜਿਮ ਨਾਲ ਜਾਂ ਯੋਗਾ ਨਾਲ ਸੰਬੰਧਿਤ ਨਹੀਂ ਹੈਗਾ। ਮੋਟਾਪਾ ਕਈ ਵਾਰੀ ਲੋਕੀ ਵਾਕ ਕਰਕੇ, ਸਿੰਪਲ ਵਾਕ ਕਰਕੇ ਵੀ ਘੱਟ ਕਰ ਲੈਂਦੇ ਹੈ ਨਾ। ਲੋਕੀ ਥੋੜਾ ਮਾਈਂਡਫੁਲ ਹੋ ਕਰਕੇ, ਹੈਪੀ ਰਹਿ ਕਰਕੇ ਵੀ ਘੱਟ ਕਰ ਲੈਂਦੇ ਆ। ਤੇ ਮੋਟਾਪੇ ਦਾ ਜਿਹੜਾ ਕੰਸਰਨ ਹੈਗਾ ਉਹ ਤੁਹਾਡੇ ਖਾਣ ਪੀਣ ਤੋਂ, ਤੁਹਾਡੇ ਲਾਈਫ ਸਟਾਈਲ ਤੋਂ ਹੈਗਾ। ਉਹ ਕੋਈ ਜਿਮ ਨਾਲ ਜਾਂ ਯੋਗਾ ਨਾਲ ਨਹੀਂ ਹੈਗਾ। ਬਟ ਡੈਫੀਨੇਟਲੀ ਜੇ ਤੁਸੀਂ ਯੋਗਾ ਕਰਦੇ ਹੋ, ਠੀਕ ਹੈ, ਤੇ ਨਾਲ ਤੁਸੀਂ ਡਾਈਟ ਦਾ ਧਿਆਨ ਰੱਖਦੇ ਹੋ, ਉਹਨੂੰ ਲਾਈਫ ਸਟਾਈਲ 'ਚ ਲੈ ਕੇ। ਯੋਗਾ ਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਅੱਧੇ ਘੰਟੇ ਆਏ ਤੇ ਹੱਥ ਪੈਰ ਮਾਰੇ ਤੇ ਤੁਸੀਂ ਫਿਰ ਵਾਪਸ ਚਲੇ ਗਏ, ਫਿਰ ਦਿਨ 'ਚ ਤੁਸੀਂ ਵੈਸੇ ਹੀ ਖਾਣਾ ਪੀਣਾ। ਯੋਗਾ ਦਾ ਮਤਲਬ ਹੈਗਾ ਤੁਸੀਂ ਇੱਕ ਮਾਈਂਡਫੁਲ ਤਰੀਕੇ ਨਾਲ, ਡਿਸਿਪਲਨਡ ਵੇ ਨਾਲ ਆਪਣੀ ਬੋਡੀ ਨੂੰ ਮੂਵ ਕਰਵਾ ਰਹੇ ਹੋ, ਆਪਣੀ ਬਰੀਦਿੰਗ 'ਤੇ ਤੁਸੀਂ ਕੰਟਰੋਲ ਕਰ ਰਹੇ ਹੋ। ਯੋਗਾ ਦਾ ਮਤਲਬ ਇਹ ਹੈਗਾ, ਠੀਕ ਹੈ। ਇਸ ਨਾਲ ਜੇ ਤੁਸੀਂ ਯੋਗਾ ਕਰਦੇ ਹੋ ਤਾਂ ਤੁਹਾਡੀ ਹਾਰਮੋਨਲ ਹੈਲਥ ਠੀਕ ਹੋਏਗੀ। ਮੋਟਾਪੇ ਦਾ ਮੇਨ ਕਾਰਨ ਕੀ ਹੁੰਦਾ? ਆਪਦੇ ਤੁਹਾਡੇ ਹਾਰਮੋਨਸ ਡਿਸਟਰਬ ਹੁੰਦੇ ਹੈ, ਠੀਕ ਹੈ, ਅਤੇ ਤੁਹਾਡੀ ਥਾਇਰਾਇਡ ਗਲੈਂਡ ਹੈ, ਤੁਹਾਡਾ ਮੈਟਾਬੋਲਿਜ਼ਮ ਨੂੰ ਜਿਹੜੀ ਕੰਟਰੋਲ ਕਰਦੀ ਹੈ, ਉਹ ਡਿਸਟਰਬ ਹੁੰਦੀ ਹੈ, ਠੀਕ ਹੈ। ਅਤੇ ਉਹ ਯੋਗਾ ਦੇ ਵਿੱਚ ਉਹਦਾ ਸਭ ਤੋਂ ਬੈਸਟ ਸੋਲਿਊਸ਼ਨ ਹੈਗਾ। ਕੁਛ ਇਸ ਤਰ੍ਹਾਂ ਦੇ ਆਸਨ ਵੀ ਹੈਗੇ, ਬਰੀਦਿੰਗ ਪ੍ਰੈਕਟਿਸ ਹੈਗੀ ਹੈ ਜਿਹੜੇ ਤੁਹਾਡੇ ਥਾਇਰਾਇਡ ਗਲੈਂਡ ਨੂੰ ਬੈਲੈਂਸ ਕਰਦੇ ਹੈ। ਅਤੇ ਯੋਗਾ ਨਾਲ ਤੁਸੀਂ, ਲੋਕੀ ਕਈ ਵਾਰੀ ਆ ਕੇ ਪੁੱਛਦੇ ਆ ਵੀ ਯੋਗਾ ਨਾਲ weight ਘੱਟ ਜਾਏਗਾ। ਡੈਫੀਨੇਟਲੀ ਘੱਟ ਜਾਏਗਾ। ਅਤੇ ਯੋਗਾ ਨਾਲ ਇੱਕ ਬਹੁਤ ਹੀ ਸੇਫ ਵੇ ਨਾਲ, ਕਿਉਂਕਿ ਜਿਮ ਨਾਲ ਲੋਕੀ ਬਹੁਤ ਜਲਦੀ ਕਰਕੇ weight ਤਾਂ ਘਟਾ ਲੈਂਦੇ, ਬਟ ਉਨੀ ਉਹਦੇ 'ਤੇ ਵੀਕਨੈਸ ਵੀ ਆਉਂਦੀ ਹੈ। ਉਹਨਾਂ ਦੇ ਇੱਕ ਇੰਟਰਨਲ ਜਿਹੜੇ ਡਾਈਜੈਸਟਿਵ ਇਸ਼ੂਜ਼ ਸਟਾਰਟ ਹੋ ਜਾਂਦੇ ਹੈ, ਹਾਰਮੋਨਲ ਇਸ਼ੂਜ਼ ਸਟਾਰਟ ਹੋ ਜਾਂਦੇ ਹੈ, ਠੀਕ ਹੈ। ਯੋਗਾ ਨਾਲ ਨੋ ਡਾਊਟ ਥੋੜ੍ਹਾ ਜਿਹਾ ਘੱਟ ਹੌਲੀ ਹੋਏਗਾ, ਬਟ ਉਹਦੇ ਨਾਲ ਤੁਹਾਡੀ ਜਿਹੜੀ ਸਾਈਡ ਇਫੈਕਟ ਹੈ ਨਾ ਉਹ ਨਹੀਂ ਹੋਣਗੇ, ਕਿਉਂਕਿ ਇੱਕ ਬਹੁਤ ਹੀ ਤੁਸੀਂ ਨੈਚੁਰਲ ਵੇ ਨਾਲ ਇਹਨੂੰ ਘੱਟ ਕਰ ਰਹੇ ਹੋ। ਅਤੇ weight ਘੱਟ ਕਰਨ ਦੇ ਨਾਲ ਨਾਲ ਜਿਹੜੀ ਤੁਹਾਡੀ ਮੈਂਟਲ ਸਟਰੈਂਥ ਵਧੇਗੀ, ਉਹ ਤੁਹਾਡਾ ਕੰਪਲੀਮੈਂਟਰੀ ਹੈਗਾ। ਉਹ ਤੁਹਾਡੀ ਇਮੋਸ਼ਨਲ ਸਟੇਬਿਲਿਟੀ ਆਏਗੀ, ਉਹ ਕੰਪਲੀਮੈਂਟਰੀ ਹੈਗਾ। ਅਤੇ ਉਹਦਾ ਇਫੈਕਟ ਫਿਰ ਪਰਮਾਨੈਂਟ ਰਹੇਗਾ। ਯੋਗਾ ਤੁਸੀਂ ਕਰਕੇ weight ਜੇ ਘੱਟ ਕਰਦੇ ਹੋ ਤਾਂ ਉਹਦਾ ਇਫੈਕਟ ਜਿਹੜਾ ਨਾ ਪਰਮਾਨੈਂਟ ਰਹਿੰਦਾ। ਸੋ ਇੱਕ ਇਹ ਤਾਂ ਚਲੋ ਮੋਟਾਪੇ ਦੀ ਗੱਲ ਕੀਤੀ, ਹੋਰ ਪ੍ਰੋਬਲਮਸ ਹੁੰਦੀਆਂ ਨੇ, ਡਾਇਬਟੀਜ਼ ਹੋ ਗਈਆਂ ਜਾਂ ਰੈਸਪੀਰੇਟਰੀ ਪ੍ਰੋਬਲਮਸ ਹੁੰਦੀਆਂ ਹੈ ਨਾ, ਤਾਂ ਉਹਦੇ 'ਚ ਮੈਡੀਕੇਸ਼ਨਸ ਪ੍ਰਿਸਕ੍ਰਾਈਬ ਕੀਤੀਆਂ ਜਾਂਦੀਆਂ। ਪਰ ਕੀ ਲੱਗਦਾ ਹੈ ਕਿ ਅਗਰ ਉਹ ਇਨਸਾਨ ਆਪਣੀ ਲਾਈਫ 'ਚ ਯੋਗਾ ਵੀ ਐਡ ਕਰ ਲਵੇ ਤਾਂ ਮੈਡੀਕੇਸ਼ਨਸ ਦੇ ਨਾਲ ਜਾਂ ਮੈਡੀਕੇਸ਼ਨਸ ਤੋਂ ਜ਼ਿਆਦਾ ਯੋਗਾ ਉਹਨਾਂ ਲਈ ਜ਼ਿਆਦਾ ਬੈਨੀਫਿਟ ਹੋ ਸਕਦਾ? ਬਿਲਕੁਲ ਹੋ ਸਕਦਾ ਜੀ। ਦੇਖੋ, ਬਿਮਾਰੀਆਂ ਦਾ ਕਾਰਨ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਮੇਨ ਹੈਗਾ ਤੁਹਾਡੇ ਵਿਚਾਰ, ਠੀਕ ਹੈ, ਤੁਹਾਡੇ ਇਮੋਸ਼ਨਸ। ਇਨਸਾਨ ਕੀ ਕਰਦਾ ਨਾ, ਹੌਲੀ ਹੌਲੀ ਚੀਜ਼ਾਂ ਨੂੰ ਦਬਾਉਂਦਾ ਰਹਿੰਦਾ। ਉਹ ਵਿਚਾਰ ਵੀ ਹੋ ਸਕਦੇ ਆ, ਉਹ ਇਮੋਸ਼ਨਸ ਵੀ ਹੁੰਦੇ, ਉਹੀ ਫਿਰ ਬੋਡੀ 'ਚ ਨੋਟਸ ਬਣਦੀਆਂ, ਗੱਠਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ, ਸਾਈਕਿਕ ਨੋਟਸ ਇਹਨੂੰ ਕਹਿੰਦੇ। ਉਹ ਫਿਰ ਹੌਲੀ ਹੌਲੀ ਬਲੋਕੇਜ ਕਰਦੀ ਹੈ, ਐਨਰਜੀ ਦੇ ਬਲੋਕੇਜ, ਫਿਰ ਹੌਲੀ ਹੌਲੀ ਉੱਥੇ ਬਿਮਾਰੀ ਸਟਾਰਟ ਹੁੰਦੀ ਹੈ, ਠੀਕ ਹੈ। ਅਤੇ ਯੋਗਾ ਦੇ ਨਾਲ, ਮੈਡੀਸਨ ਨਾਲ ਤਾਂ ਜਿਵੇਂ ਹੁਣ ਗੱਲ ਕਰ ਚੁੱਕੇ ਹਾਂ, ਤੁਸੀਂ ਪੂਰੀ ਤਰ੍ਹਾਂ ਬਿਮਾਰੀ ਨੂੰ ਠੀਕ ਨਹੀਂ ਕਰ ਸਕਦੇ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹੋ, ਉਹਨੂੰ ਦਬਾ ਸਕਦੇ ਹੋ। ਬਟ ਜੇ ਦਬਾਓਗੇ, ਠੀਕ ਹੈ, ਤਾਂ ਉਹ ਹੋਰ ਕਿਸੇ ਪਾਸੋਂ ਨਿਕਲ ਜਾਏਗੀ। ਅਤੇ ਯੋਗਾ ਕੀ ਕਰਦਾ, ਤੁਹਾਡੀ ਜਿਹੜੀ ਬਿਮਾਰੀ ਦੀ ਰੂਟ ਕੋਜ਼ ਹੈਗੀ ਹੈ, ਉਸ ਰੂਟ ਕੋਜ਼ ਨੂੰ ਖ਼ਤਮ ਕਰਦਾ, ਠੀਕ ਹੈ। ਜੇ ਰੂਟ ਕੋਜ਼ ਖ਼ਤਮ ਹੋਏਗੀ ਤਾਂ ਹੀ ਉਹ ਬਿਮਾਰੀ ਜੜ ਤੋਂ ਖ਼ਤਮ ਹੋ ਸਕਦੀ ਹੈ। ਤਾਂ ਯੋਗਾ ਦੀ ਬਿਊਟੀ ਇਹੀ ਹੈ, ਸਭ ਤੋਂ ਬੈਸਟ ਹੈ। ਸੋ ਜੇ ਲੇਡੀਜ਼ ਦੀ ਪ੍ਰੋਬਲਮਸ ਦੀ ਗੱਲ ਕਰੀਏ, ਜਿਵੇਂ ਪ੍ਰੈਗਨੈਂਸੀ ਹੋ ਗਿਆ ਜਾਂ PCOS ਹੋ ਗਿਆ ਹੈ ਨਾ, ਅਤੇ ਇਹਨਾਂ 'ਚ ਜਿੱਥੇ ਫਿਜ਼ੀਕਲ ਚੇਂਜਸ ਆਉਂਦੇ ਨੇ, ਮੈਂਟਲੀ ਵੀ ਕਿਤੇ ਨਾ ਕਿਤੇ ਚੇਂਜਸ ਆਉਂਦੇ ਨੇ ਜਾਂ ਸਟਰੈਸ ਵੱਧ ਜਾਂਦਾ ਹੈ ਨਾ, ਤਾਂ ਉਹਦੇ 'ਚ ਯੋਗਾ ਕਿਵੇਂ ਮਤਲਬ ਐਡ ਕਰ ਸਕਦਾ ਹੈ? ਜਾਂ ਉਹਨਾਂ ਲਈ ਕਈ ਵਾਰੀ ਇਹ ਮਿਥਸ ਵੀ ਹੁੰਦੇ ਨੇ ਕਿ ਨਹੀਂ ਯੋਗਾ ਸ਼ਾਇਦ ਇਹ ਆਸਨ ਨਹੀਂ ਸਹੀ ਹੈ ਨਾ, ਤਾਂ ਉਹ ਉਹਨਾਂ ਨੂੰ ਪ੍ਰਿਸਕ੍ਰਾਈਬ ਕੀਤਾ ਜਾਂਦਾ ਕਿ ਜਿਹੜੇ ਆਸਨ ਉਹਨਾਂ ਲਈ ਸਹੀ, ਕਿਉਂਕਿ ਕਈ ਵਾਰੀ ਪ੍ਰਿਸਕ੍ਰਿਪਸ਼ਨ ਤੋਂ ਬਿਨਾਂ ਹੀ ਉਹ ਕਰ ਲੈਂਦੇ ਨੇ, ਤਾਂ ਉਹ ਡਿਫਿਕਲਟ ਵੀ ਹੋ ਜਾਂਦਾ ਕਈ ਵਾਰੀ। ਹਾਂਜੀ, ਕੋਈ ਵੀ ਜਿਵੇਂ ਪ੍ਰੋਬਲਮਸ ਹੁੰਦੀ ਹੈ ਲੇਡੀਜ਼ ਦੀ, PCOS ਜਿਵੇਂ ਤੁਸੀਂ ਕਹਿ ਰਹੇ ਹੋ ਹੈ ਨਾ, ਉਹਦੇ ਵਾਸਤੇ ਕੁਝ ਸਪੈਸ਼ਲ ਆਸਨਾਸ ਹੁੰਦੇ ਆ, ਕੁਝ ਸਪੈਸ਼ਲ ਪ੍ਰਾਣਾਯਾਮ ਹੁੰਦੇ ਆ, ਅਤੇ ਉਹ ਅੰਡਰ ਗਾਈਡੈਂਸ ਅਤੇ 1-to-1 ਕਲਾਸ ਹੀ ਹੁੰਦੀ ਹੈ, ਉਹਦੀ ਜਿਹੜੀ ਥੈਰੇਪੀ ਦੀ ਕਲਾਸ ਹੁੰਦੀ ਹੈ ਉਹ। ਅਤੇ ਉਹਦੇ ਵਾਸਤੇ ਜਿਹੜੇ ਸਪੈਸ਼ਲ ਆਸਨ ਹੈ ਉਹੀ ਉਹਨਾਂ ਨੂੰ ਪ੍ਰੈਕਟਿਸ ਕਰਾਏ ਜਾਂਦੇ ਨੇ, ਅਤੇ ਉਹ ਹੈਲਪਫੁਲ ਹੁੰਦੇ ਨੇ। ਜੇ ਉਹ ਆਪੇ ਕਰਦੇ ਹੈ ਜਾਂ ਕਿਸੇ ਦੇ ਗਾਈਡੈਂਸ 'ਚ ਉਹ ਪ੍ਰੈਕਟਿਸ ਨਹੀਂ ਕਰ ਰਹੇ ਤਾਂ ਉਹ ਉਹਨਾਂ ਬੈਨੀਫਿਟ ਉਹਨਾਂ ਨੂੰ ਨਹੀਂ ਦੇਣਗੇ, ਕਈ ਵਾਰੀ ਨੁਕਸਾਨ ਵੀ ਹੋ ਸਕਦਾ ਹੈ। ਜਿਵੇਂ ਤੁਸੀਂ ਪ੍ਰੈਗਨੈਂਸੀ ਵਾਸਤੇ ਕਿਹਾ, ਅਤੇ ਪ੍ਰੈਗਨੈਂਸੀ 'ਚ ਯੋਗਾ ਬਹੁਤ ਜ਼ਰੂਰੀ ਹੈ। ਪਹਿਲਾਂ ਵੀ, ਕਨਸੀਵ ਕਰਨ ਤੋਂ ਪਹਿਲਾਂ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿੰਨਾ ਤੁਹਾਡਾ ਯੂਟਰਸ ਦੀ ਸਟਰੈਂਥਨਿੰਗ ਹੋਏਗੀ ਉਨਾ ਬੱਚਾ ਹੈਲਦੀ ਵੀ ਹੋਏਗਾ, ਅਤੇ ਡਿਊਰਿੰਗ ਪ੍ਰੈਗਨੈਂਸੀ ਵੀ
ਕਿਉਂਕਿ ਪ੍ਰੈਗਨੈਂਸੀ 'ਚ ਬਹੁਤ ਸਾਰੇ ਮੂਡ ਸਵਿੰਗਸ ਵੀ ਹੁੰਦੇ ਨੇ, ਹਾਰਮੋਨਸ ਚੇਂਜ ਹੁੰਦੇ ਨੇ, ਬਹੁਤ ਸਾਰੀਆਂ ਬੈਕ ਏਕ ਤੇ ਪ੍ਰੋਬਲਮਸ ਆਉਂਦੀਆਂ ਨੇ। ਤੇ ਜੇ ਅਸੀਂ ਯੋਗਾ ਦੀ ਪ੍ਰੈਕਟਿਸ ਨਾਲ ਨਾਲ ਕਰਦੇ ਰਹਿੰਦੇ ਹਾਂ ਤੇ ਸਾਡੇ ਮਸਲਸ ਉਹਦੇ ਨਾਲ ਸਟਰੈਂਥਨਿੰਗ ਵੀ ਹੋਣਗੇ, ਤੇ ਜਿਹੜੇ ਮੂਡ ਸਵਿੰਗਸ ਹੈ, ਕਿਉਂਕਿ ਮਨ ਤਾਂ ਸਾਡਾ ਸ਼ਾਂਤ ਰਹੇਗਾ ਯੋਗਾ ਨਾਲ, ਤੇ ਉਹਨਾਂ ਨੂੰ ਕੰਟਰੋਲ ਕਰਨ 'ਚ ਹੈਲਪ ਮਿਲੇਗੀ, ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨ 'ਚ ਹੈਲਪ ਮਿਲੇਗੀ। ਤੇ ਉਸ ਤੋਂ ਬਾਅਦ ਪੋਸਟ ਨੈਟਲ ਆਉਂਦਾ, ਤੇ ਉਹ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚੇ ਹੋਣ ਤੋਂ ਬਾਅਦ ਫਿਰ ਫੀਮੇਲ ਆਪਣੇ 'ਤੇ ਧਿਆਨ ਨਹੀਂ ਦਿੰਦੀ, ਬਟ ਉਹ ਬਹੁਤ ਜ਼ਰੂਰੀ ਹੈ ਸਟਰੈਂਥਨ ਕਰਨਾ ਆਪਣੀ ਬਾਡੀ ਨੂੰ, ਤੇ ਉਹਦੇ 'ਚ ਯੋਗਾ ਬਹੁਤ ਹੈਲਪ ਕਰਦਾ, ਬਟ ਗਾਈਡੈਂਸ ਦੇ ਵਿੱਚ ਹੀ ਕਰਨਾ ਚਾਹੀਦਾ ਹੈ, ਕਿਉਂਕਿ ਪ੍ਰੈਗਨੈਂਸੀ ਵਾਲਾ ਜਿਹੜਾ ਟਾਈਮ ਹੈ ਉਹ ਬਹੁਤ ਹੀ ਡੈਲੀਕੇਟ ਹੁੰਦਾ, ਉਹਦੇ 'ਚ ਮਤਲਬ ਤੁਸੀਂ ਐਵੇਂ ਆਪਣੇ ਆਪ ਪ੍ਰੈਕਟਿਸ ਨਹੀਂ ਕਰਨੀ ਚਾਹੀਦੀ। ਸੋ ਏਜ ਦੀ ਵੀ ਗੱਲ ਕਰ ਲੈਂਦੇ ਹਾਂ ਕਿ ਬੱਚਿਆਂ ਲਈ, ਐਡਲਟਸ ਲਈ ਜਾਂ ਬਜ਼ੁਰਗਾਂ ਲਈ ਯੋਗਾ ਕਿਵੇਂ ਡਿਫਰੈਂਟ ਹੈਗਾ ਕੁਝ? देखो योग जो है ना, बच्चा जिमें तो जमदे सार ही योगा करना स्टार्ट कर दिंदा है ना, तो सब तो ज़्यादा बच्चा ही करता है। वो कितना एक माइंडफुल होंदा है, कोई भी काम कर रहा है तो केवल वही काम कर रहा है, तो बच्चा तो ऑलरेडी योगा कर रहा है। ਆਪਾਂ ਨੂੰ ਆਪ ਦੀ ਪਰਵਾਹ ਕਰਨੀ ਚਾਹੀਦੀ ਹੈ। ਤੇ ਫਿਰ ਵੀ ਜਿਵੇਂ 6 ਸਾਲ ਤੋਂ ਬਾਅਦ ਕਹਿੰਦੇ ਵੀ ਬੱਚੇ ਨੂੰ ਯੋਗਾ ਕਰਵਾਉਣਾ ਚਾਹੀਦਾ, ਕਿਉਂਕਿ ਉਸ ਤੋਂ ਪਹਿਲਾਂ ਉਹਦੀ ਜਿਹੜੀ ਨੈਚੁਰਲ ਗਰੋਥ ਹੈ ਉਹ ਪ੍ਰੋਪਰ ਹੋਣ ਦਿਓ, ਠੀਕ ਹੈ। ਉਹਨੂੰ ਫੋਰਸ ਨਹੀਂ ਕਰੋ, ਕਿਉਂਕਿ ਬੱਚੇ ਨੂੰ ਤੁਸੀਂ ਬਿਠਾ ਕੇ ਕਹੋਗੇ ਤੁਸੀਂ ਇਹਨੂੰ ਆਹ ਆਸਨ ਕਰ ਜਾਂ ਪ੍ਰਾਣਾਯਾਮ ਕਰ, ਉਹਨੇ ਨਹੀਂ ਕਰਨਾ, ਠੀਕ ਹੈ। ਉਹਨੇ ਇੱਧਰ ਉੱਧਰ ਭੱਜਣਾ, ਉਹਦੇ ਵਾਸਤੇ ਉਹੀ ਯੋਗਾ ਹੈ। ਤੇ ਹਰ ਉਮਰ ਦਾ ਵਿਅਕਤੀ ਯੋਗਾ ਕਰ ਸਕਦਾ ਹੈ, ਬਟ ਉਹ ਆਪਦੇ ਤਰੀਕੇ ਨਾਲ ਆਪਦਾ ਯੋਗਾ ਕਰਦੇ ਆ। ਉਹਨਾਂ ਨੂੰ ਅਸੀਂ ਐਂ ਕਿ ਨਹੀਂ ਤੂੰ ਇਹ ਕਰ, ਨਹੀਂ ਤੂੰ ਇਹ ਕਰ, ਉਹ ਕਰਦਾ ਆਰਾਮ ਨਾਲ ਤਾਂ ਠੀਕ ਹੈ, ਨਹੀਂ ਤਾਂ ਉਹਨੂੰ ਫੋਰਸ ਨਹੀਂ ਕਰਨਾ ਚਾਹੀਦਾ। ਹੁਣ ਅਸੀਂ ਬੱਚਿਆਂ ਨੂੰ ਵੀ ਇੱਥੇ ਕਰਵਾਉਂਦੇ ਹਾਂ, ਬਟ ਉਹਨੂੰ ਬਹੁਤ ਹੀ ਇੱਕ ਪਲੇਇੰਗ ਤਰੀਕੇ ਨਾਲ ਕਰਵਾਉਂਦੇ ਹਾਂ, ਤਾਂ ਕਿ ਥੋੜ੍ਹਾ ਇੰਟਰਸਟ ਬਣਿਆ ਰਹੇ, ਠੀਕ ਹੈ। ਬੱਚੇ ਮੰਨ ਲਓ ਆਪਾਂ ਬਹੁਤ ਜ਼ਿਆਦਾ ਫੋਰਸ ਕਰਾਂਗੇ ਡਿਸਿਪਲਿਨ 'ਚ, ਉਹ ਨਹੀਂ ਕਰਦੇ, ਉਹ ਆਪਦੇ ਹਿਸਾਬ ਨਾਲ ਉਹਨਾਂ ਨੂੰ ਚੱਲਣਾ, ਉਹ ਉਹਨਾਂ ਨੂੰ ਚੱਲਣ ਦੇਣਾ ਚਾਹੀਦਾ ਹੈ। ਉਹਨੂੰ ਉਹਦੇ ਨਾਲ ਉਹਦੀ ਮੈਂਟਲ ਗਰੋਥ ਵੀ ਡਿਸਟਰਬ ਹੋਏਗੀ ਨਹੀਂ, ਔਰ ਫਿਜ਼ੀਕਲ, ਤੇ ਉਹਨੂੰ ਆਪ ਨੂੰ ਕਰਨ ਦਿਓ। ਬਾਕੀ ਯੋਗਾ ਹਰ ਏਜ ਗਰੁੱਪ ਕਰ ਸਕਦਾ ਹੈ, ਜਨਮ ਤੋਂ ਲੈ ਕੇ ਬੁਢਾਪੇ ਤੱਕ ਯੋਗਾ ਹੀ ਯੋਗਾ। ਓਕੇ, ਸੋ ਯੋਗਾ ਦੇ ਕੁਝ ਸਾਈਡ ਇਫੈਕਟਸ ਵੀ ਹੋ ਸਕਦੇ ਨੇ, ਜਿਵੇਂ ਤੁਸੀਂ ਕਿਹਾ ਸੀਗਾ ਕਿ ਬਿਨਾਂ ਪ੍ਰੈਸਕ੍ਰਿਪਸ਼ਨ ਦੇ ਅਗਰ ਕੋਈ ਕਰਦਾ ਹੈ ਤਾਂ ਉਹ ਤਾਂ ਇੱਕ ਸਾਈਡ ਇਫੈਕਟ ਹੈ ਹੀ, ਬਟ ਉੱਦਾਂ ਵੀ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਦੀ ਕੋਈ ਸਾਈਡ ਇਫੈਕਟ ਹੋ ਸਕਦਾ ਹੈ ਜੇ ਬਿਨਾਂ ਪੁੱਛੇ ਜਾਂ ਬਿਨਾਂ ਕੰਸਲਟ ਕੀਤਾ ਜਾਵੇ? ਹਾਂ, ਯੋਗਾ 'ਚ ਇਨਵਾਇਰਨਮੈਂਟ ਦਾ ਵੀ ਬੜਾ ਰੋਲ ਹੁੰਦਾ ਹੈ। ਜਿਵੇਂ ਆਪਾਂ ਰੂਮ ਦੇ ਅੰਦਰ ਕਰਦੇ ਹਾਂ, ਹੈ ਨਾ, ਅਤੇ ਜਿਹੜਾ ਅੰਦਰ ਦਾ ਪੋਲਿਊਸ਼ਨ ਹੈ ਉਹ ਵੀ ਇਫੈਕਟ ਕਰਦਾ ਹੈ ਨਾ। ਅਤੇ ਹਮੇਸ਼ਾ ਯੋਗਾ ਨੂੰ ਓਪਨ ਏਅਰ 'ਚ ਹੀ ਕਰਨਾ ਚਾਹੀਦਾ ਹੈ। ਜੇ ਆਪਾਂ ਅੰਦਰ ਰੂਮ ਦੇ ਕਰਦੇ ਹਾਂ ਅਤੇ ਵਿੰਡੋਜ਼ ਵਗੈਰਾ ਓਪਨ ਨਹੀਂ ਕੀਤੀਆਂ ਹੋਈਆਂ, ਬੰਦ ਹੈ, ਅਤੇ ਉਸੇ ਰੂਮ 'ਚ ਅਸੀਂ ਸੋ ਵੀ ਰਹੇ ਹਾਂ ਅਤੇ ਸਵੇਰੇ ਜੇ ਪ੍ਰਾਣਾਯਾਮ ਕਰ ਰਹੇ ਹਾਂ ਤਾਂ ਉਹਦਾ ਕੋਈ ਬੈਨੀਫਿਟ ਨਹੀਂ ਹੈ, ਉਲਟਾ ਉਹਦੇ ਸਾਈਡ ਇਫੈਕਟ ਹੋਣਗੇ, ਕਿਉਂਕਿ ਉਹੀ ਏਅਰ ਅਸੀਂ ਆਪਣੇ ਅੰਦਰ ਲੈ ਕੇ ਜਾ ਰਹੇ ਹਾਂ। ਅਤੇ ਪ੍ਰਾਣਾਯਾਮ ਹਮੇਸ਼ਾ ਫਰੈਸ਼ ਏਅਰ 'ਚ ਹੀ ਕਰਨਾ ਚਾਹੀਦਾ ਹੈ। ਸੋ ਲਾਸਟ 'ਤੇ ਮੈਂ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਆਪ ਕੋਈ ਐਸੇ ਪੋਜ਼ਿਸ ਜਿਹੜੇ ਇੱਕ ਨੋਰਮਲ ਇਨਸਾਨ ਨੂੰ ਵੀ ਜਾਂ ਆਪਣੀ ਡੇਲੀ ਲਾਈਫ 'ਚ ਐਡ ਕਰਨੇ ਚਾਹੀਦੇ, ਜਿਹੜਾ ਹਰ ਕੋਈ ਕਰ ਸਕਦਾ ਹੈ। ਇਹ ਕੋਈ ਪੋਜ਼ਿਸ ਇਹੋ ਜਿਹੇ ਨੇ ਜਿਹੜੇ ਤੁਸੀਂ ਦੱਸਣਾ ਚਾਹੋ ਕਿ ਨਹੀਂ, ਸਾਨੂੰ ਸਾਰਿਆਂ ਨੂੰ ਐਡ ਕਰ ਲੈਣੇ ਚਾਹੀਦੇ ਆਪਣੇ? ਹਾਂਜੀ, ਇੱਕ ਤਾਂ ਜਿਵੇਂ ਬਾਡੀ ਨੂੰ ਡੀਟੌਕਸ ਰੱਖਣਾ ਚਾਹੀਦਾ ਹੈ ਨਾ, ਅਤੇ ਉਹਦੇ ਵਾਸਤੇ 3 ਆਸਨ ਹੁੰਦੇ ਆ ਮੇਨ: ਤਾੜ ਆਸਨ, ਅਤੇ ਤਿਰਯਕ ਤਾੜ ਆਸਨ, ਸਾਈਡ ਬੈਂਡਿੰਗ ਹੁੰਦੀ ਹੈ, ਅਤੇ ਇੱਕ ਹੁੰਦਾ ਕਟੀ ਚੱਕਰ ਆਸਨ, ਟਵਿਸਟਿੰਗ ਹੁੰਦੀ ਹੈ। ਉਹ ਸਾਡੇ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹਦੀ ਜਿਹੜੀ ਬਣਾਵਟ ਹੈ ਉਹਦੇ ਅਕੋਰਡਿੰਗ ਹੀ ਉਹ ਆਸਨ ਹੈਗੇ ਨੇ। ਅਤੇ ਸਵੇਰੇ ਜਿਵੇਂ ਪਾਣੀ ਪੀ ਕੇ, ਆਯੁਰਵੇਦ 'ਚ ਉਹਨੂੰ ਊਸ਼ਾ ਪਾਨ ਕਹਿੰਦੇ ਆ, ਉਹ ਪਾਣੀ ਪੀ ਕੇ ਜੇ ਉਹ 3 ਆਸਨ ਅਸੀਂ ਕਰ ਲਈਏ ਤਾਂ ਸਾਡੀ ਬਾਡੀ ਚੰਗੀ ਤਰ੍ਹਾਂ ਡੀਟੌਕਸ ਹੋਏਗੀ, ਸਾਡੀ ਇੰਟੈਸਟਾਈਨ ਪ੍ਰੋਪਰ ਕਲੀਨ ਹੋ ਜਾਏਗੀ ਉਹਦੇ ਨਾਲ। ਅਤੇ ਉਹ 3 ਆਸਨ ਸਭ ਨੂੰ ਕਰਨੇ ਚਾਹੀਦੇ ਨੇ। ਉਹਦੇ ਨਾਲ ਅਪਰ ਫੁੱਲ ਬਾਡੀ ਸਟਰੈਚਿੰਗ ਵੀ ਹੋ ਜਾਂਦੀ ਹੈ, ਸਾਈਡ ਬੈਂਡਿੰਗ ਵੀ ਹੋ ਜਾਂਦੀ ਹੈ, ਅਤੇ ਟਵਿਸਟਿੰਗ ਵੀ ਹੋ ਜਾਂਦੀ ਹੈ, ਅਤੇ ਸਪਾਈਨ ਦੀ ਵੀ ਮੂਵਮੈਂਟ ਉਹਦੇ ਵਿੱਚ ਹੈਗੀ ਹੈ। ਅਤੇ ਦੂਜਾ ਆਤਾ ਹੋ ਗਏ ਡੀਟੌਕਸੀਫਿਕੇਸ਼ਨ ਵਾਸਤੇ। ਦੂਜਾ ਸਪਾਈਨ ਦੀ ਮੂਵਮੈਂਟ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਸਟ੍ਰੈਸ ਵੀ ਹੁੰਦਾ ਜਾਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਅਤੇ ਸਭ ਤੋਂ ਪਹਿਲਾਂ ਸਾਡੀ ਜੇ ਜ਼ਿਆਦਾ ਓਵਰ ਥਿੰਕਿੰਗ ਵੀ ਹੁੰਦੀ ਹੈ ਤਾਂ ਸਰਵਾਈਕਲ ਰੀਜ਼ਨ ਸਾਡਾ ਸਟਿਫ ਹੋ ਜਾਂਦਾ ਹੈ। ਅਤੇ ਅੱਜ ਦਾ ਜਿਵੇਂ ਲਾਈਫ ਸਟਾਈਲ ਹੈ, ਮੋਬਾਈਲ, ਕੰਪਿਊਟਰ, ਲੈਪਟਾਪ ਆਪਾਂ ਯੂਜ਼ ਕਰਦੇ ਹਾਂ, ਅਤੇ ਸਰਵਾਈਕਲ ਰੀਜ਼ਨ ਉਹਦੇ ਨਾਲ ਸਟਿਫ ਹੋ ਜਾਂਦਾ ਹੈ। ਅਤੇ ਲੇਡੀਜ਼ ਨੂੰ ਬੇਸਿਕਲੀ ਲੋਅਰ ਬੈਕ ਦੀ ਪ੍ਰੋਬਲਮ ਰਹਿੰਦੀ ਹੈ ਡਿਊਰਿੰਗ ਪ੍ਰੈਗਨੈਂਸੀ ਜਾਂ ਮੈਨਸੂਰੇਸ਼ਨ ਸਾਈਕਲ ਦੇ ਕਾਰਨ, ਮਤਲਬ ਉਹਦੇ ਜਿਹੜਾ ਲੰਬਰ ਦੇ ਮਸਲਸ ਹੈ ਉਹ ਵੀਕ ਹੁੰਦੇ ਹੈ, ਅਤੇ ਉਹਨੂੰ ਵੀ ਲੰਬਰ ਦੀ ਬੈਕ ਦੀ ਸਟਰੈਂਥਨਿੰਗ ਬਹੁਤ ਜ਼ਰੂਰੀ ਹੈ। ਇਸ ਕਰਕੇ ਸਾਨੂੰ ਡੇਲੀ ਬੈਕ ਦੀ ਕੁਛ ਮੂਵਮੈਂਟਸ ਕਰਨੇ ਹੀ ਚਾਹੀਦੇ ਨੇ, ਜਿਹਦੇ 'ਚ ਕੈਟ ਕਾਓ ਸਟਰੈਚਿੰਗ ਬਹੁਤ ਅੱਛੀ ਮੂਵਮੈਂਟ ਹੈ ਸਪਾਈਨ ਵਾਸਤੇ। ਫੋਰਵਰਡ ਬੈਕਵਰਡ ਬੈਂਡਿੰਗ ਹੈ, ਕੁਝ ਸਟਰੈਚਿੰਗਸ ਵੀ ਹੈਗੀਆਂ ਨੇ,
ਤੇ ਸਪਾਈਨ ਦੀ ਟਵਿਸਟਿੰਗ ਹੈ ਉਹ ਆਪਾਂ ਸਿਟਿੰਗ ਸਟੈਂਡਿੰਗ 'ਚ ਕਰ ਸਕਦੇ ਹਾਂ। ਸਪਾਈਨ ਦੀ ਮੂਵਮੈਂਟ ਬਹੁਤ ਜ਼ਰੂਰੀ ਹੈ ਤੇ ਦੂਜਾ ਜੁਆਇੰਟਸ ਦੀ ਮੂਵਮੈਂਟਸ, ਕਿਉਂਕਿ ਜਦੋਂ ਵੀ ਟੌਕਸਿਨਸ ਸਾਡੀ ਬਾਡੀ 'ਚ ਜਾਂ ਵੈਸੇ ਵੀ ਆਪਾਂ ਦੇਖਦੇ ਹਾਂ ਹੈ ਨਾ, ਜਦੋਂ ਟੌਕਸਿਨਸ ਇਕੱਠੇ ਹੁੰਦੇ ਆ ਤਾਂ ਉਹ ਕੋਈ ਜੁਆਇੰਟ 'ਤੇ ਹੀ ਇਕੱਠੇ ਹੁੰਦੇ ਆ, ਡਰੇਨ ਪਾਈਪ 'ਚ ਵੀ ਆਪਾਂ ਦੇਖਦੇ ਹਾਂ ਹੈ ਨਾ। ਸੇਮ ਉੱਦਾਂ ਹੀ ਆਪਣੀ ਬਾਡੀ 'ਚ ਵੀ ਜੇ ਟੌਕਸਿਨਸ ਇਕੱਠੇ ਹੁੰਦੇ ਆ ਤਾਂ ਜੁਆਇੰਟਸ 'ਤੇ ਹੁੰਦੇ ਆ। ਅਤੇ ਯੋਗਾ 'ਚ ਕੀ ਹੈ, ਅਸੀਂ ਜੁਆਇੰਟਸ ਮੂਵਮੈਂਟ ਕਰਦੇ ਹਾਂ ਮਾਈਂਡਫੁਲੀ, ਅਵੇਅਰਨੈਸ ਦੇ ਨਾਲ, ਬਰੀਦਿੰਗ ਦੇ ਨਾਲ, ਅਤੇ ਉਹ ਜਿਹੜੀ ਜੁਆਇੰਟਸ ਦੇ ਵਿੱਚ ਟੌਕਸਿਨਸ ਹੈ ਉਹਨਾਂ ਨੂੰ ਅਸੀਂ ਰਿਮੂਵ ਕਰਦੇ ਹਾਂ ਆਪਣੀ ਬਾਡੀ ਤੋਂ। ਅਤੇ ਜੁਆਇੰਟਸ ਮੂਵਮੈਂਟ ਸਾਰਿਆਂ ਨੂੰ ਡੇਲੀ ਕਰਨਾ ਚਾਹੀਦਾ, ਜਿਹਦੇ ਨਾਲ ਬਾਡੀ ਡੀਟੌਕਸ ਵੀ ਰਹੇਗੀ, ਲਾਈਟ ਰਹੇਗੀ, ਐਕਟਿਵ ਰਹੇਗੀ ਪੂਰਾ ਦਿਨ, ਅਤੇ ਅਸੀਂ ਮਤਲਬ ਆਪਣੇ ਆਪ ਨੂੰ ਹੈਲਦੀ ਫੀਲ ਕਰਾਂਗੇ। ਅਤੇ ਸਪਾਈਨ ਮੂਵਮੈਂਟ, ਜੁਆਇੰਟਸ ਮੂਵਮੈਂਟ ਅਤੇ ਜਿਹੜੀ 3 ਉਹ ਕਰਵਾਈ ਹੈ, ਇਹ ਜ਼ਿਆਦਾ ਟਾਈਮ ਵੀ ਨਹੀਂ ਲੱਗੇਗਾ, ਅੱਧੇ ਘੰਟੇ ਦਾ ਹੈਗਾ। ਅਤੇ ਉਸ ਤੋਂ ਬਾਅਦ ਪ੍ਰਾਣਾਯਾਮ 'ਚ 3 ਪ੍ਰਾਣਾਯਾਮ ਜੇ ਤੁਸੀਂ ਡੇਲੀ ਕਰ ਲੈਂਦੇ ਹੋ ਤਾਂ ਉਹ ਬਹੁਤ ਮਤਲਬ ਬੈਨੀਫੀਸ਼ੀਅਲ ਹੋਏਗਾ ਲਾਈਫ 'ਚ। ਉਹਦੇ 'ਚ ਜਿਵੇਂ ਫਸਟ ਵਾਰਮਅਪ ਪ੍ਰਾਣਾਯਾਮ ਹੁੰਦੇ ਆ, ਉਹਦੇ 'ਚ ਭਸਤ੍ਰਿਕਾ ਕਰ ਸਕਦੇ ਹਾਂ, ਇੱਕ ਕਿਰਿਆ ਹੁੰਦੀ ਹੈ ਕਪਾਲਭਾਤੀ, ਉਹ ਵੀ ਕਰ ਸਕਦੇ ਹਾਂ। ਫਿਰ ਉਸ ਤੋਂ ਬਾਅਦ ਹੈਗਾ ਬੈਲੈਂਸਿੰਗ ਪ੍ਰਾਣਾਯਾਮ 'ਚ ਅਨੁਲੋਮ ਵਿਲੋਮ ਕਰ ਸਕਦੇ ਹਾਂ ਅਸੀਂ, ਠੀਕ ਹੈ, ਜਿਹੜਾ ਸਾਡੀ ਬਾਡੀ 'ਚ ਵਾਤ ਪਿੱਤ ਕਫ ਨੂੰ ਬੈਲੈਂਸ ਕਰੇਗਾ ਅਤੇ ਉਹ ਆਪਣੇ ਆਪ ਹੀ ਹੈਲਥ ਅੱਛੀ ਰਹੇਗੀ ਉਹਦੇ ਨਾਲ। ਉਸ ਤੋਂ ਬਾਅਦ ਰਿਲੈਕਸਿੰਗ ਪ੍ਰਾਣਾਯਾਮ ਹੁੰਦੇ ਆ, ਉਹਦੇ 'ਚ ਆਪਾਂ ਉਜਾਈ ਪ੍ਰਾਣਾਯਾਮ ਕਰ ਸਕਦੇ ਹਾਂ ਜਾਂ ਫਿਰ ਭ੍ਰਾਮਰੀ ਪ੍ਰਾਣਾਯਾਮ ਕਰ ਸਕਦੇ ਹਾਂ। ਅਤੇ ਇਹ ਤਿੰਨੇ ਪ੍ਰਾਣਾਯਾਮ 'ਚੋਂ ਮਤਲਬ ਇੱਕ ਪ੍ਰਾਣਾਯਾਮ ਸਾਨੂੰ ਡੇਲੀ ਕਰਨਾ ਚਾਹੀਦਾ, ਉਹ ਵੀ 10 ਮਿੰਟਸ 'ਚ ਹੋ ਜਾਣਗੇ। ਅਤੇ ਉਹ ਜੇ ਕਰਨਗੇ ਤਾਂ ਉਹਦੇ ਨਾਲ ਮੈਂਟਲ ਪੀਸ ਵੀ ਮਿਲੇਗੀ ਅਤੇ ਇੱਕ ਮਾਈਂਡ ਜਿਹੜੀ ਮੈਂਟਲ ਹੈਲਥ ਹੈ ਉਹ ਅੱਛੀ ਹੋਏਗੀ ਉਹਦੇ ਨਾਲ। ਓਕੇ, ਸੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਖਿਰ 'ਤੇ ਇੱਕ ਸਾਨੂੰ ਆਪਣੀ ਲਾਈਫ 'ਚ ਯੋਗਾ ਤਾਂ ਐਡ ਕਰਨਾ ਹੀ ਚਾਹੀਦਾ, ਬਾਕੀ ਫਿਜ਼ੀਕਲੀ ਮੈਂਟਲੀ ਫਿਟਨੈਸ ਲਈ ਕਿੰਨਾ ਜ਼ਰੂਰੀ ਹੈ, ਅਤੇ ਕਿਵੇਂ ਲੋਕਾਂ ਨੂੰ ਕਹੋਗੇ ਕਿ ਨਹੀਂ ਐਡ ਕਰ ਲਓ ਹੁਣ ਬਸ? ਮੈਮ ਪਤਾ ਹੈ ਕਿ ਇਹ ਯੋਗਾ ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਬੈਨੀਫਿਟ ਹੋਏਗਾ, ਐਂ ਤਾਂ ਹੈ ਨਹੀਂ ਜੇ ਤੁਸੀਂ ਕਰੋਗੇ ਤਾਂ ਪੜੋਸੀਆਂ ਨੂੰ ਹੋਏਗਾ। ਅਤੇ ਇਹ ਤੁਸੀਂ ਆਪਦੇ ਵਾਸਤੇ ਕਰਨਾ ਹੈ, ਅਤੇ ਥੋੜ੍ਹਾ ਜਿਹਾ ਬੰਦੇ ਨੂੰ ਸੋਚਣਾ ਚਾਹੀਦਾ ਹੈ ਵੀ ਜੇ ਮੈਂ ਫਿਟ ਰਹਿਣਾ ਹੈ, ਠੀਕ ਹੈ, ਜੇ ਤੁਸੀਂ ਮੰਨ ਲਓ ਅੱਜ ਬਿਮਾਰ ਹੋ ਗਏ ਜਾਂ ਕੋਈ ਫੈਮਿਲੀ ਦਾ ਇੱਕ ਮੈਂਬਰ, ਪੂਰੀ ਫੈਮਿਲੀ ਨੂੰ ਪਰੇਸ਼ਾਨੀ ਹੁੰਦੀ ਹੈ। ਅਤੇ ਇਸ ਕਰਕੇ ਜੇ ਤੁਸੀਂ ਫੈਮਿਲੀ ਵਾਸਤੇ ਜਾਂ ਫਿਰ ਆਪਦੇ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਤਾਂ ਯੋਗਾ ਫਿਰ ਥੋੜ੍ਹਾ ਜਿਹਾ ਟਾਈਮ ਕੱਢ ਲਓ ਉਹਦੇ ਵਾਸਤੇ, ਹੈ ਨਾ। ਉਹਦੇ ਨਾਲ ਹੈਲਦੀ ਵੀ ਰਹੋਗੇ, ਤੁਸੀਂ ਵੀ ਖੁਸ਼ ਰਹੋਗੇ, ਤੁਹਾਡਾ ਪਰਿਵਾਰ ਵੀ ਖੁਸ਼ ਰਹੇਗਾ। ਅਤੇ ਸਭ ਤੋਂ ਬੈਸਟ ਹੈਗਾ ਜੇ ਤੁਸੀਂ ਕਰਦੇ ਹੋ ਤਾਂ ਆਪਦੇ ਵਾਸਤੇ ਹੀ ਕਰਨਾ, ਜੇ ਨਹੀਂ ਕਰਨਾ ਤਾਂ ਤੁਹਾਡੀ ਹੈਲਥ ਖਰਾਬ ਹੋਏਗੀ, ਤੁਹਾਡਾ ਪਰਿਵਾਰ ਨੂੰ ਨੁਕਸਾਨ ਹੋਏਗਾ। ਅਤੇ ਇਹ ਆਪਾਂ ਨੂੰ ਕਿਸੇ ਨੂੰ ਮਤਲਬ ਉਹ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਵੀ ਤੁਸੀਂ ਕਰੋ 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 ਕਰੋ, ਇਹ ਬੰਦੇ ਨੂੰ ਆਪ ਨੂੰ ਸੋਚਣਾ ਚਾਹੀਦਾ ਵੀ ਤੁਸੀਂ ਜੇ ਕਰੋਗੇ ਤਾਂ ਸਵਸਥ ਰਹੋਗੇ, ਤੁਹਾਡਾ ਪਰਿਵਾਰ ਠੀਕ ਰਹੇਗਾ, ਠੀਕ ਹੈ। ਅਤੇ ਇਸ ਵਾਸਤੇ ਇਹੀ ਮੈਸੇਜ ਹੈਗਾ ਵੀ ਥੋੜ੍ਹਾ ਜਿਹਾ ਬੰਦੇ ਨੂੰ ਸੋਚ ਸਮਝ ਕੇ ਅਤੇ ਥੋੜ੍ਹਾ ਜਿਹਾ ਟਾਈਮ ਤਾਂ ਕੱਢਣਾ ਚਾਹੀਦਾ ਹੈ। ਸੋ ਇਹ ਸੀ ਮੇਰੇ ਨਾਲ ਪ੍ਰਗਿਆ ਅਤੇ ਵਿਦਿਆ ਸਾਗਰ, ਜਿਨ੍ਹਾਂ ਨੇ ਦੱਸਿਆ ਕਿ ਯੋਗਾ ਕਿੰਨਾ ਜ਼ਰੂਰੀ ਹੈ, ਇੱਕ ਪੀਸਫੁਲ ਐਕਸਰਸਾਈਜ਼ ਆ, ਕੋਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਤੁਸੀਂ ਘਰੇ ਬਹਿ ਕੇ ਵੀ ਕਰ ਸਕਦੇ ਹੋ। ਤਾਂ ਹੁਣ ਹੈਕਟਿਕ ਸ਼ਡਿਊਲ ਆ, ਥੋੜ੍ਹਾ ਜਿਹਾ ਟਾਈਮ ਕੱਢ ਕੇ ਅਸੀਂ ਆਪਣੀ ਹੈਲਥ ਬਾਰੇ ਵੀ ਸੋਚ ਲਈਏ। ਉਮੀਦ ਕਰਦੇ ਹਾਂ ਕਿ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਵੀ ਮਿਲ ਚੁੱਕੇ ਹੋਣਗੇ, ਕਈ ਤੁਹਾਡੀ ਦੁਵਿਧਾ ਜਿਹੜੀ ਦੂਰ ਹੋਈ ਹੋਊਗੀ। ਤਾਂ ਅੱਗੇ ਹੋਰ ਵੀ ਇਹੋ ਜਿਹੇ ਪ੍ਰੋਗਰਾਮ ਲੈ ਕੇ ਆਵਾਂਗੇ, ਤਦ ਤੱਕ ਤੁਸੀਂ ਦੇਖਦੇ ਰਹੋ ਦਾ ਅਨਮਿਊਟ। ਸਤਿ ਸ਼੍ਰੀ ਅਕਾਲ।